हाँ जी दोस्तों, सत श्री अकाल। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰੋਫਿਟ ਐਂਡ ਲਾਸ ਦੀ। ਮੈਂ ਰਿਪੀਟ ਕਰ ਰਿਹਾ ਜੀ, ਟੌਪਿਕ ਪ੍ਰੋਫਿਟ ਐਂਡ ਲਾਸ ਦੀ ਆਪਾਂ ਗੱਲ ਕਰਾਂਗੇ। ਕੋਸ਼ਿਸ਼ ਕਰਾਂਗੇ ਉਹਨਾਂ ਦੇ ਵਿੱਚ ਕਿਹੜੇ ਸ਼ਾਰਟਕਟਸ ਯੂਜ਼ ਹੋ ਸਕਦੇ ਨੇ ਉਹ ਦੇਖਾਂਗੇ। ਪਟਵਾਰੀ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਟੌਪਿਕ ਮੰਨ ਸਕਦੇ ਹਾਂ, ਕਿਉਂਕਿ ਉਹਨਾਂ ਨੇ ਸਿਲੇਬਸ ਦੇ ਵਿੱਚ ਪਾਰਟੀਕੂਲਰਲੀ ਮੈਂਸ਼ਨ ਕੀਤਾ ਹੋਇਆ ਹੈ ਪ੍ਰੋਫਿਟ ਐਂਡ ਲਾਸ। ਬਾਕੀ ਕੁਐਸਚਨਸ ਦੇ ਨਾਲ ਆਪਾਂ ਜਦੋਂ ਕੁਐਸਚਨਸ ਕਰਾਂਗੇ ਉਦੋਂ ਆਪਾਂ ਨਾਲ ਡਿਸਕਸ ਕਰਦੇ ਰਹਾਂਗੇ, ਜਿਹੜੀ ਵੀ ਇੰਪੋਰਟੈਂਟ ਡਿਸਕਸ਼ਨ ਹੋਏਗੀ। ਸੋ ਸਟਾਰਟ ਕਰਦੇ ਹਾਂ ਜੀ ਫਸਟ ਕੁਐਸਚਨ ਦੇ ਉੱਤੋਂ। ਫਸਟ ਕੁਐਸਚਨ ਆਪਾਂ ਨੂੰ ਕਹਿ ਰਿਹਾ ਹੈ ਅ ਸ਼ੌਪਕੀਪਰ ਬਾਏ 2 ਸਾਈਕल्स फॉर ₹750। सो कोई शॉपकीपर है, उसने 2 साइकल्स परचेज किए ने, खरीदे ने, बाय किए ने, किन्ने दे टोटल ₹750 के। ही सेल्स फस्ट बाईसाइकिल एट अ प्रॉफिट ऑफ 22% एंड सेकंड बाईसाइकिल एट अ लॉस ऑफ 8%। what is the selling price of first bicycle if in the whole transaction there is no profit and no loss। ਤਾਂ ਆਪਾਂ ਕੀ ਕਰਦੇ ਹਾਂ, ਇੱਥੋਂ ਦੇਖੋ 2-3 ਮੈਥਡ ਨੇ ਕੁਐਸਚਨ ਕਰਨ ਦੇ। ਸਭ ਤੋਂ ਪਹਿਲਾ ਮੈਥਡ ਇਹ ਹੈ ਕਿ ਆਪਾਂ ਇੱਕ ਕੋਸਟ ਮੰਨਦੇ ਹਾਂ ਐਕਸ, ਕਿਉਂਕਿ ਦੇਖੋ ਦੋ ਸਾਈਕਲਸ ਨੇ ਅਤੇ ਦੂਸਰੀ ਦੀ ਕੋਸਟ ਮੰਨਦੇ ਹਾਂ 750 ਮਾਈਨਸ ਐਕਸ। ਸੋ ਮੈਂ ਇੱਥੇ ਥੋੜ੍ਹਾ ਜਿਹਾ ਲਿਖ ਰਿਹਾ ਡਿਟੇਲ ਦੇ ਵਿੱਚ। ਇੱਕ ਆਪਾਂ ਕੋਸਟ ਮੰਨਦੇ ਹਾਂ ਐਕਸ, ਕਿ ਇੱਕ ਸਾਈਕਲ ਦੀ ਕੋਸਟ ਕਿੰਨੀ ਹੈ ਐਕਸ। ਦੋਨਾਂ ਸਾਈਕਲਸ ਦੀ 750 ਹੈ ਤਾਂ ਦੂਸਰੇ ਸਾਈਕਲ ਦੀ ਓਬਵੀਅਸਲੀ 750 ਮਾਈਨਸ ਐਕਸ ਆ ਜਾਏਗਾ ਇੱਥੇ। 750 ਮਾਈਨਸ ਐਕਸ। ਹੁਣ ਦੇਖੋ ਇੱਥੇ ਦੋ ਮੈਥਡਸ ਨੇ। ਦੂਸਰਾ ਪਹਿਲਾ ਕੀ ਹੈ ਕਿ ਤੁਸੀਂ ਇਸ ਨੂੰ ਦੋਨਾਂ ਨੂੰ ਇਕੁਏਟ ਕਰੋ ਪਹਿਲੀ ਗੱਲ ਤਾਂ। ਔਰ ਇਕੁਏਟ ਕਿਵੇਂ ਕਰਨੀ ਹੈ, ਇਸ ਤਰ੍ਹਾਂ ਹੀ ਨੋਰਮਲ ਇਕੁਏਸ਼ਨ ਨਹੀਂ ਕਰਨੇ। ਨੋਰਮਲ ਇਕੁਏਟ ਇੱਥੇ ਕੀ ਕਰਨਾ ਹੈ, ਮੰਨ ਲਓ ਕਿ ਇੱਥੇ ਆਪਣਾ ਕੀ ਹੈ, ਇਸ ਦੇ ਉੱਤੇ ਆਪਾਂ ਨੂੰ ਹੋ ਗਿਆ ਲੋਸ। ਸੋ ਇੱਥੇ ਆਏਗਾ 92/100। ਇੱਥੇ ਆਪਣੇ ਕੋਲ ਕੀ ਆ ਜਾਏਗਾ, ਇਹ ਕੀ ਹੋ ਗਿਆ 92% ਆਫ ਦਿਸ ਸਾਈਕਲ, 8% loss and 22% profit। ਇੱਥੇ ਦੇਖੋ ਦੂਸਰਾ ਮੈਥਡ ਆਪਾਂ ਯੂਜ਼ ਕਰਦੇ ਹਾਂ। 92 ਦੀ ਜ਼ਰੂਰਤ ਨਹੀਂ ਹੈ, ਇੱਥੇ ਆਪਾਂ ਕੀ ਲਿਖਦੇ ਹਾਂ 8 ਲਿਖਦੇ ਹਾਂ। ਸੋ 8% ਦੇਖੋ ਇੱਕ ਸਾਈਕਲ ਦੀ ਕੋਸਟ ਦਾ 8% ਜੋ ਹੈ ਉਹ ਦੂਸਰੇ ਸਾਈਕਲ ਦੀ ਕੋਸਟ ਦੇ 22% ਦੇ ਇਕੁਅਲ ਆਏਗਾ। ਸੋ ਇੱਥੋਂ ਇਹ ਵਾਲਾ ਫਾਰਮੂਲਾ ਯੂਜ਼ ਕਰਨਾ, ਧਿਆਨ ਰੱਖਣਾ। ਇੱਥੇ ਆਏਗਾ ਜੀ 22/100। ਧਿਆਨ ਦੇਣਾ, ਸਮਝੋ। ਮਤਲਬ ਇੱਕ ਸਾਈਕਲ ਆਪਣੇ ਕੋਲ ਉਸਦੀ ਪਰਚੇਜ਼ ਅਮਾਊਂਟ ਕਿੰਨੀ ਹੈ ਐਕਸ, ਅਤੇ ਐਕਸ ਦੇ ਉੱਤੇ 22% ਦਾ ਜਿਹੜਾ ਪ੍ਰੋਫਿਟ ਹੈ ਉਹ ਜਿਹੜੀ ਬਾਕੀ ਦੂਸਰੀ ਅਮਾਊਂਟ ਹੈ ਉਸਦੇ ਉੱਤੇ 8% ਦਾ ਲੋਸ ਹੈ। ਤਾਂ ਉਹ 8% ਅਤੇ 22% ਦੋਨੇ ਇਕੁਅਲ ਨੇ। ਮਤਲਬ ਅਗਰ ਆਪਾਂ ਨੂੰ 8% ਲੋਸ ਹੋ ਰਿਹਾ ਹੈ ਤਾਂ ਉਹ ਅਮਾਊਂਟ ਕਿੰਨੇ ਦੇ ਇਕੁਅਲ ਹੈ 22% ਪ੍ਰੋਫਿਟ ਦੇ। ਸੋ ਇੱਥੋਂ ਪਹਿਲਾਂ ਇਹ ਸਟੈਪ ਕਲੀਅਰ ਕਰ ਲੈਣਾ ਹੈ। ਸੋ ਜੇ ਤੁਹਾਨੂੰ ਪਹਿਲਾ ਸਟੈਪ ਕਲੀਅਰ ਹੋ ਜਾਂਦਾ ਹੈ ਦੈਨ ਤੁਸੀਂ ਕੀ ਕਰਨਾ ਹੈ, 100 ਦੇ ਨਾਲ 100 ਕੈਂਸਲ ਕਰ ਦਿਓ ਅਤੇ ਇੱਥੋਂ ਵੀ 11 ਲਿਖ ਲਓ। ਇੱਥੇ ਥੋੜ੍ਹਾ ਈਜ਼ੀ ਹੋ ਜਾਏਗਾ। 11 ਇੱਥੇ ਆ ਜਾਏਗਾ, ਇੱਥੇ ਆ ਜਾਏਗਾ 4। ਸੋ ਲੈਫਟ ਸਾਈਡ 'ਤੇ ਆ ਜਾਏਗਾ 11x ਪਲੱਸ 4x ਦੈਟ ਇਜ਼ ਇਕੁਅਲ ਟੂ 750 ਇੰਟੂ 4। ਤਾਂ ਇਸ ਨੂੰ ਲਿਖ ਲਾਂਗੇ 750 ਇੰਟੂ 4। ਸੋ 750 ਇੰਟੂ 4। ਸੋ ਇਹ ਬਣ ਜਾਏਗਾ 15x। ਸੋ x ਦੀ ਵੈਲਿਊ ਕਿੰਨੀ ਆ ਜਾਏਗੀ ਇੱਥੋਂ, x ਦੀ ਵੈਲਿਊ ਆਪਾਂ ਕੈਲਕੂਲੇਟ ਕਰਾਂਗੇ ਤਾਂ 15 5 75 ਸੋ 50 ਆ ਜਾਏਗਾ ਇੱਥੇ। ਸੋ 50 ਨੂੰ 4 ਨਾਲ ਮਲਟੀਪਲਾਈ ਕਰ ਦਾਂਗੇ 200। ਠੀਕ ਹੈ ਜੀ। ਸੋ 200 ਇੱਕ ਸਾਈਕਲ ਦੀ ਕੋਸਟ ਆ ਜਾਏਗੀ। ਐਂਡ ਉਸਨੇ ਪੁੱਛਿਆ ਹੈ ਸੈਲਿੰਗ ਪ੍ਰਾਈਸ ਆਫ ਫਸਟ ਬਾਈਸਾਈਕਲ। ਤਾਂ ਫਸਟ ਬਾਈਸਾਈਕਲ ਕਿਹੜਾ ਹੈ, ਦੇਖੋ ਹੁਣ ਇੱਥੇ ਫਸਟ ਬਾਈਸਾਈਕਲ ਇਜ਼ ਸੋਲਡ ਐਟ ਦਾ ਪ੍ਰੋਫਿਟ ਆਫ 22%। ਤਾਂ ਇਸ ਦੇ ਵਿੱਚ ਫਸਟ ਬਾਈਸਾਈਕਲ ਜੋ ਹੈ 15 5 75 5 ਚੌਕਾ 20। ਸੋ ਇੱਕ ਵਾਰੀ ਕਨਫਰਮ ਕਰ ਲੈਂਦੇ ਆਨਸਰ ਇਹਨਾਂ ਨੇ 244 ਦਿੱਤਾ ਹੋਇਆ ਇੱਕ ਵਾਰੀ।
अच्छा इसने पूछा सैलिंग प्राइस, वट इज़ द सैलिंग प्राइस ऑफ फस्ट बाईसाइकिल। तो अपने को देखो की आया है, अपने को एक्स आया है। सो एक्स की है, एक्स तो देखो इत्थे अपना स्टार्टिंग दे विच आपां लिया सी एक्स की सी इस साइकिल का कॉस्ट प्राइस होएगा। ठीक है, कॉस्ट प्राइस ही है क्योंकि 22% प्रॉफिट किस ते लगेगा, कॉस्ट प्राइस ते। दैट मीनस जिहड़ा अपने को इस टाइम आंसर आया एक्स इक्वल टू 200, तो एक्स इक्वल टू 200 एक साइकिल की जो है कॉस्ट प्राइस आई है। तो अगर आप फस्ट साइकिल की दूसरे साइकिल की कॉस्ट प्राइस की गल करिए तो इसकी कॉस्ट प्राइस आ जाएगी 750 माइनस 200, तो इसकी कॉस्ट आ जाएगी 550। अपन की पूछे सैलिंग प्राइस ऑफ फस्ट बाईसाइकिल, तो सैलिंग प्राइस तो देखो इतों आएगा, मतलब 22% उसके ऊपर भी तो लेना है, प्रॉफिट भी तो लेना है। सो 22% प्रॉफिट लेना है, दैट मीनस 22 इंटू 200 के उपर प्रॉफिट लेना है कितना 22%, तो उसनों ऐड करना पड़ेगा। सो 22/100 इंटू 200 मीनस एक्स की वैल्यू आप फाइंड की सी। सो एक्स की वैल्यू आप पुट करती, सो 0 0 विल कैंसल आउट एंड 44 जो आएगा दैट विल बी द प्रॉफिट ऑन 200। जो 200 है अगर उसके उत्ते 22% का प्रॉफिट लेना है तो वो 44 बनेगा। सो दिस 44 विल बी एडेड इन टू 200 एंड द सेलिंग प्राइस ऑफ फस्ट बाईसाइकिल विल बी इक्वल टू सेलिंग प्राइस ऑफ फस्ट बाईसाइकिल विल बी इक्वल टू 244 रुपीज़। सो इस तरीके थोड़ा आंसर बनेगा। सो बट ध्यान रखना है क्वेश्चन के की पूछा गया है। जिस तरह मैं इस क्वेश्चन के अप्रोक्सीमेटली हूँ 200 फाइंड कर रहा सीगा, तो मैं ध्यान थे मिस कर रहा हाँ कि किस चीज़ को पूछा गया है। बट तुसीं की करना है, तुसीं बिल्कुल ध्यान रखना है क्योंकि गलतियाँ बार बार नहीं करनियाँ, इक्को बारी पेपर आप क्रैक करना है जो भी आप ट्राई करना है। सो पहला क्वेश्चन अपना हो चुका है। सो क्वेश्चन के यही पूछा सी वट इज़ द सैलिंग प्राइस ऑफ फस्ट बाईसाइकिल इफ़ इन द होल ट्रांजैक्शन देयर इज़ नो प्रॉफिट नो लॉस। तो नो प्रॉफिट नो लॉस का मतलब क्लीयर हो चुका, आई थिंक समझ चुके हो कि नो प्रॉफिट नो लॉस का मतलब की है। सो इस तरीके कोई बार क्वेश्चन अपन करने पैंदे ने। गल करते हाँ सैकेंड क्वेश्चन की, फस्ट क्वेश्चन आप कर चुके हैं। सो गल करते हाँ सैकेंड क्वेश्चन की। सो सैकेंड क्वेश्चन थोड़ी स्क्रीन के उत्ते, ठीक है जी। सो सैकेंड क्वेश्चन देखते हैं, उस तो बाद आप सोल्यूशन देखते हैं। सो सैकेंड क्वेश्चन अपन की कह रहा है, सैकेंड क्वेश्चन अपन कह रहा है द कॉस्ट प्राइस ऑफ आइटम बी इज़ 200 मोर दैन द कॉस्ट प्राइस ऑफ आइटम ए। ठीक है जी, कॉस्ट प्राइस ऑफ बी जो है वो 200 मोर है एज़ कम्पेयर टू कॉस्ट प्राइस ऑफ ए। Item A was sold at a profit of 20% and item B was sold at a loss of 30%. If the respective ratio of selling price of item A and B is 6:7, then what is the cost price of item B? तो थोड़ा जिहा सॉल्व करना क्वेश्चन आप अगर स्टार्ट करिए तो मान लो इत्थे की है, एक कॉस्ट है A, दूसरी कॉस्ट है B। सो बी नूं आपां की लिख सकते हैं, बी नूं आपां लिख सकते हैं ए प्लस 200, क्योंकि इत्थे की है द कॉस्ट प्राइस ऑफ आइटम बी इज़ 200 मोर दैन कॉस्ट प्राइस ऑफ आइटम ए, तो 200 ज़्यादा है। सो ये कॉस्ट हो गई बी की, ये कॉस्ट हो गई ए की। हुण आपां नूं इस तो बाद की कह रहे आइटम ए वाज सोल्ड एट 20% प्रॉफिट एंड आइटम बी वाज सोल्ड एट 30% लॉस। इफ़ द रिस्पैक्टिव रेशियो बिटवीन द सैलिंग प्राइस, सो इत्थे की है देखो सैलिंग प्राइस जो बनेगा प्रॉफिट 120% का, तो इत्थे आ जाएगा 120% का मतलब 120/100 ते नाल की आ जाएगा ए। सो ध्यान दे नाल हर स्टैप नूं देखते रहना है। इत्थे की आ जाएगा 120, मतलब 20% का प्रॉफिट मिल रहा ए दे उपर, तो उसनूं आपां लिखांगे 120 डिवाइडेड बाय 100 इंटू ए। तो नीचे की आ जाएगा देखो रेशो फाइंड करने, सो नीचे आ जाएगा अपना 30% लॉस। तो 30% लॉस का मतलब की हो जाएगा इत्थे, इत्थे आ जाएगा 70%। सो 70% का मतलब 70/100, सो 70/100 इंटू ए प्लस 200।
सो इन्ना स्टैप पहला क्लीयर कर लो, फिर बाकी गल करते हैं। सो पहला ये वाला स्टैप क्लीयर कर लो। इस तो बाद इसनों किस दे इक्वल लिखा हुआ है, इट इज़ इक्वल टू 6:7। सो ये भी लिख लें। ਹੁਣ ਆਪਾਂ ਕੀ ਕਰਦੇ ਹਾਂ, इसनों कैंसल आउट करते हैं इतों जो कैंसल हो रहा। देखो पहला 100 ਦੇ ਨਾਲ 100 कैंसल कर देंगे, फिर आ 120 वाली जीरो के नाल 70 वाली जीरो कैंसल कर देंगे, फिर इस 7 के नाल 7 कैंसल हो जाएगा, फिर बचेगा 6 के नाल इत्थे 2 आ जाएगा। सो अगर क्रॉस मल्टीप्लाई वगैरह करांगे तो अपना की आ जाएगा 2a 2a सो ये बन जाएगा 2a इक्वल टू a प्लस 200। सो 2a इक्वल टू a प्लस 200। जेकर तुहानूं पिछे स्टैप दे विच कोई डाउट लगता है तो तुसीं उसनूं एक बारी पॉज करके चैक करो, ठीक है जी। सो इत्थे आ जाएगा 2a इज़ इक्वल टू a प्लस 200। फरदर सॉल्व करांगे तो a इत्थे आ जाएगा a इक्वल टू 200। सो a दी वैल्यू कितनी आ जाएगी, a विल बी इक्वल टू 200। सो इस मैथड के नाल तुहाडे कोल a दी वैल्यू आ चुकी है, बट तुहानूं पुछया की है, तुहानूं पुछया गया है वट इज़ द कॉस्ट प्राइस ऑफ आइटम बी। तो कॉस्ट प्राइस ऑफ आइटम बी पूछा गया है। सो कॉस्ट प्राइस ऑफ आइटम देखो बी का कितना आ जाएगा, कॉस्ट प्राइस ऑफ आइटम बी ए तो 200 ज़्यादा सी। सो इट इज़ इक्वल टू ए प्लस 200। सो ए दे विच 200 आप ऐड कर देंगे। सो ए दी अमाउंट ऑलरेडी 200 है। सो 200 दे विच 200 ऐड करांगे तो आंसर आ जाएगा 400। सो बी दी कॉस्ट आ जाएगी, बी दी अगर आप कॉस्ट प्राइस की गल करिए तो बी दी कॉस्ट प्राइस आ जाएगी 400। सो इस तरीके नाल कई बार आपां क्वेश्चनस सॉल्व करने पेपर दे विच आते हैं। सो हर क्वेश्चन में ध्यान देना समझ लेना है, कितने भी कोई प्रॉब्लम आती है तो तुसीं वो व्हाट्सएप नंबर के उत्ते पूछ सकते हो। सो ऑप्शन नंबर सी बनेगा राइट आंसर क्वेश्चन नंबर 2 का। 400 जो है दैट विल बी द राइट आंसर। सो नैक्सट क्वेश्चन की गल करते हैं। सो स्टैप बाय स्टैप आप कुछ क्वेश्चन कर रहे हैं। सो हर क्वेश्चन को अच्छे तरीके नाल समझना है। एंड नैक्सट क्वेश्चन कह रहा है 2 मैंगोज 3 ग्रेप्स एंड 4 एप्पल्स कॉस्ट ₹15। 3 मैंगोज 2 ग्रेप्स अगे गल करते हैं एंड 1 एप्पल कॉस्ट ₹10। तो इस दे विच देखो आइडिया तो आपां नूं एग्जैक्टली सो देखो ईजी जिहा क्वेश्चन है, बट फिर भी आप चैक कर लें। कह रहा है 2 मैंगोज 3 ग्रेप्स एंड 4 एप्पल कॉस्ट ₹15। 3 मैंगोज 2 ग्रेप्स एंड 1 एप्पल कॉस्ट ₹10। आई बॉट 3 मैंगोज 3 ग्रेप्स एंड 3 एप्पल्स हाउ मच डिड आई पे। तो तुम देख सकते हो क्वेश्चन वैसे तो प्रॉफिट एंड लॉस तो बनता नहीं है पहली गल, बट फिर भी थोड़ा क्लीयर करना जरूरी है कि प्रॉफिट एंड लॉस का क्वेश्चन पहली गल नहीं है। देखो इतों अपने को 2x मतलब 2 मैंगो आ गए प्लस 3 ग्रेप्स आ गए प्लस 4 एप्पल आ गए, तो उसकी कॉस्ट कितनी है 15। 3 मैंगोज 2 ग्रेप्स एंड 1 एप्पल की कॉस्ट कितनी है ₹10। तो जेकर आप इन्होंने दोनों ऐड कर दें इक्वेशनस में तो अपने को बन जाएगा 5x + 5y + 5z दैट इज़ इक्वल टू 25। फरदर सॉल्व कर लेंगे तो x + y + z आ जाएगा 5। हूँ उन्हें की पूछा है अपन 3 मैंगोज की कॉस्ट 3 मैंगोज 3 ग्रेप्स एंड 3 एप्पल्स। तो इस इक्वेशन में 3 ने मल्टीप्लाई कर देंगे तो अपना आंसर आ जाएगा 15। बट आई एम अगेन सेइंग कि प्रॉफिट एंड लॉस का क्वेश्चन नहीं है ना, इस प्रॉफिट एंड लॉस की कितने गल की गई है। इट इज़ सिंपल सिंपलीफिकेशन का क्वेश्चन कह सकते हो या सिंपल इक्वेशन सॉल्व करनी कह सकते हो। सो इस प्रॉफिट एंड लॉस का मैनू कोई रोल नज़र नहीं आता है। सो नैक्सट क्वेश्चन की गल करते हैं। ये क्वेश्चन सिंपल सीगा। सो नैक्सट क्वेश्चन काफ़ी लेंथी। सो नैक्सट क्वेश्चन काफ़ी लेंथी लग रहा है, देखते हैं। अ वॉच डीलर
ਸੋ ਨੈਕਸਟ ਕੁਐਸਚਨ ਆਪਾਂ ਨੂੰ ਫੋਰਥ ਕੁਐਸਚਨ ਦੀ ਗੱਲ ਕਰ ਰਹੇ ਹਾਂ ਆਪਾਂ। ਅ ਵਾਚ ਡੀਲਰ incur the expense of ₹150 for purchasing every watch। ਤਾਂ ਜਦੋਂ ਵੀ ਕੋਈ ਵਾਚ ਨੂੰ ਪਰਚੇਜ਼ ਕਰਦਾ ਹੈ ਤਾਂ ਉਸਨੂੰ 150 ਰੁਪਏ ਖਰਚਣੇ ਪੈਂਦੇ ਨੇ, ਐਕਸਟਰਾ ਐਕਸਪੈਂਸਿਸ ਹੈ। he also incur an additional expenditure of ₹30,000 which is independent of the number of watches produced। if he is able to sell the watch during the season, he sells it for ₹250। if he fails to do the so, he has to sell each watch for ₹100। ਤਾਂ ਕੁਐਸਚਨ ਦੇ ਵਿੱਚ ਕਾਫੀ ਵਾਚ ਡੀਲਰ ਐਕਸਪੈਂਸਿਸ ਫॉर ਸੋ ਇਹ ਕੁਐਸਚਨ ਵੀ ਪ੍ਰੋਫਿਟ ਐਂਡ ਲਾਸ ਦਾ ਲੱਗ ਨਹੀਂ ਰਿਹਾ ਅਗਰ ਇੱਥੇ ਗੱਲ ਕੀਤੀ ਜਾਏ ਤਾਂ ਪ੍ਰੋਫਿਟ ਐਂਡ ਲਾਸ ਦਾ ਕੁਐਸਚਨ ਤਾਂ ਨਹੀਂ ਲੱਗ ਰਿਹਾ ਇਹ। ਸੋ ਪ੍ਰੋਫਿਟ ਐਂਡ ਲਾਸ ਦੇ ਕੁਐਸਚਨਸ ਹੀ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਸੋ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ। ਕੁਐਸਚਨ ਨੰਬਰ 5 ਕੀ ਕਹਿ ਰਿਹਾ ਹੈ ਆਪਾਂ ਨੂੰ। ਕੁਐਸਚਨ ਨੰਬਰ 5 ਕਹਿ ਰਿਹਾ ਹੈ ਅ ਡੀਲਰ ਆਫਰਸ ਅ ਕੈਸ਼ ਡਿਸਕਾਊਂਟ ਆਫ 20% ਐਂਡ ਸਟਿਲ ਮੇਕਸ ਅ ਪ੍ਰੋਫਿਟ ਆਫ। ਹਾਂਜੀ ਕੁਐਸਚਨ ਨੰਬਰ 5 ਕਰਦੇ ਹਾਂ ਕਿਉਂਕਿ ਇਹ ਪ੍ਰੋਫਿਟ ਐਂਡ ਲਾਸ ਦਾ ਕੁਐਸਚਨ ਹੈ। ਸੋ ਜਿੰਨੇ ਵੀ ਪ੍ਰੋਫਿਟ ਐਂਡ ਲਾਸ ਦੇ ਕੁਐਸਚਨ ਹੋਣਗੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਬਾਕੀ ਹੋਰ ਕੁਐਸਚਨਸ ਡਿਫਰੈਂਟ ਟਾਈਪਸ ਦੇ ਮਿਲ ਜਾਂਦੇ ਨੇ ਕਈ ਵਾਰ ਵਿੱਚ, ਉਹ ਡਿਸਕਸ ਨਹੀਂ ਕਰਾਂਗੇ ਤਾਂ ਕਈ ਵਾਰੀ ਮਿਕਸ ਹੋ ਜਾਂਦੇ ਨੇ ਕੁਐਸਚਨ। ਸੋ ਅ ਡੀਲਰ ਆਫਰਸ ਅ ਕੈਸ਼ ਡਿਸਕਾਊਂਟ ਆਫ 20% ਐਂਡ ਸਟਿਲ ਮੇਕਸ ਅ ਪ੍ਰੋਫਿਟ ਆਫ 20% when he further allows 16 articles to a dozen to particular stick bargainer। ਤਾਂ ਇੱਕ ਦੇਖੋ ਕਹਿ ਕੀ ਰਿਹਾ ਹੈ ਕਿ ਡੀਲਰ ਨੂੰ 20% ਡਿਸਕਾਊਂਟ ਦਿੰਦਾ ਹੈ ਡੀਲਰ। ਪਹਿਲੀ ਗੱਲ ਤਾਂ 20% ਡਿਸਕਾਊਂਟ ਦਿੰਦਾ ਹੈ ਅਤੇ ਉਸਨੂੰ ਤਾਂ ਵੀ 20% ਪ੍ਰੋਫਿਟ ਹੁੰਦਾ ਹੈ ਜਦੋਂ ਉਹ 16 ਆਰਟੀਕਲ ਦਿੰਦਾ ਹੈ ਇੱਕ ਦਰਜਨ ਦੇ ਵਿੱਚ ਇੱਕ ਸਟਿੱਕੀ ਬਾਰਗੇਨਰ ਨੂੰ। ਠੀਕ ਹੈ, ਇੱਕ ਸਟਿੱਕੀ ਬਾਰਗੇਨਰ ਮਿਲ ਜਾਂਦਾ ਹੈ ਉਸਨੂੰ। ਤਾਂ ਹਾਊ ਮਚ ਪਰਸੈਂਟ ਅਬਵ ਦਾ ਕੋਸਟ ਪ੍ਰਾਈਸ ਵਰ ਹੀ ਵਾਜ਼ ਲਿਸਟਡ। ਤਾਂ ਉਸਨੇ ਕਿੰਨਾ ਕੋਸਟ ਪ੍ਰਾਈਸ ਐਕਸਟਰਾ ਪਹਿਲਾਂ ਦੱਸਿਆ ਹੋਇਆ ਸੀ। ਸੋ ਦੇਖੋ ਧਿਆਨ ਦੇ ਨਾਲ ਕੁਐਸਚਨ ਨੂੰ ਸਮਝਣਾ ਹੈ, ਧਿਆਨ ਦੇ ਨਾਲ ਕੁਐਸਚਨ ਨੂੰ ਸਮਝਣਾ ਹੈ। ਪਹਿਲਾਂ ਤਾਂ ਦੇਖੋ ਆਪਾਂ ਕੀ ਮੰਨਦੇ ਹਾਂ ਕਿ ਉਸਨੇ ਪਹਿਲਾਂ ਕੀ ਕੀਤਾ ਹੋਏਗਾ। ਦੇਖੋ ਪਹਿਲਾਂ ਤਾਂ ਇਹ ਹੈ ਕਿ ਉਸਨੇ 16 ਆਰਟੀਕਲਸ ਭੇਜੇ ਨੇ। ਸੋ ਦੇਖੋ ਇੱਥੇ ਆਪਾਂ ਇਹ ਮੰਨਦੇ ਹਾਂ ਕਿ ਉਸਨੇ ਪਹਿਲਾਂ 80% ਅਮਾਊਂਟ ਲਈ ਕਸਟਮਰ ਤੋਂ। ਦੇਖੋ 80% ਅਮਾਊਂਟ ਲਈ। ਸੋ 80% ਹੋ ਗਿਆ 80/100। ਠੀਕ ਹੈ, ਸੋ 80% ਆਫ ਪਰਟੀਕੂਲਰ ਅਮਾਊਂਟ 80% ਆਫ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ 80% ਆਫ 80% ਆਫ ਮਾਰਕੀਟ ਪ੍ਰਾਈਸ। ਤਾਂ ਇੱਕ ਮਾਰਕੀਟ ਪ੍ਰਾਈਸ ਉਸਨੇ ਮੈਂਸ਼ਨ ਕਰਤਾ ਪਹਿਲਾਂ। ਤਾਂ 80% ਆਫ ਮਾਰਕੀਟ ਪ੍ਰਾਈਸ ਇਜ਼ ਇਕੁਅਲ ਟੂ 120% ਆਫ ਇਸ ਤਰ੍ਹਾਂ ਕਹਿ ਸਕਦੇ ਹਾਂ 120% ਆਫ cost price। so 80% of market price is equal to 120% of cost price। ਕਿਉਂਕਿ ਦੇਖੋ ਕਰ ਕੀ ਰਿਹਾ, ਉਹ ਡਿਸਕਾਊਂਟ ਦੇ ਰਿਹਾ ਹੈ 20% ਦਾ। ਤਾਂ ਇਹ ਡਿਸਕਾਊਂਟ ਹੋ ਗਿਆ 80% ਆਫ ਮਾਰਕੀਟ ਪ੍ਰਾਈਸ, ਮਤਲਬ ਮਾਰਕੀਟ ਪ੍ਰਾਈਸ ਦਾ 80% ਅਤੇ ਕੋਸਟ ਪ੍ਰਾਈਸ ਦੇ ਉੱਪਰ ਆਪਾਂ ਨੂੰ ਪ੍ਰੋਫਿਟ ਮਿਲ ਰਿਹਾ 20% ਦਾ। ਤਾਂ ਇੱਥੇ ਆਪਾਂ ਲਿਖ ਲਿਆ 120/100 ਆਫ ਸੀ। ਮਤਲਬ ਇੱਥੇ 80% ਜਿਹੜਾ ਮਾਰਕੀਟ ਪ੍ਰਾਈਸ ਹੈ ਦੈਟ ਇਜ਼ ਇਕੁਅਲ ਟੂ 120% ਆਫ ਕੋਸਟ ਪ੍ਰਾਈਸ। ਤਾਂ ਇਹ ਕੰਸੈਪਟ ਪਹਿਲਾਂ ਸਮਝਣਾ ਜ਼ਰੂਰੀ ਹੈ, ਫਿਰ ਆਪਾਂ ਬਾਕੀ ਕੁਐਸਚਨ ਦੀ ਗੱਲ ਕਰਦੇ ਹਾਂ। ਪਹਿਲਾਂ ਇੰਨੀ ਚੀਜ਼ ਕਲੀਅਰ ਕਰ ਲੈਣੀ ਹੈ। ਤਾਂ ਸਟੂਡੈਂਟਸ ਅਗਰ ਆਪਾਂ ਇੱਥੇ ਕੰਸੀਡਰ ਕਰ ਲੈਂਦੇ ਹਾਂ ਕਿ ਮਾਰਕੀਟ ਜੋ ਹੈ ਮਾਰਕੀਟ ਪ੍ਰਾਈਸ ਆਪਾਂ ਫਾਈਂਡ ਆਊਟ ਕਰਨਾ ਹੈ। ਮੰਨ ਲਓ ਕੋਸਟ ਪ੍ਰਾਈਸ ਕੀ ਹੈ 100 ਰੁਪੀਜ਼। ਕੋਸਟ ਪ੍ਰਾਈਸ ਆਪਾਂ ਮੰਨ ਲੈਂਦੇ ਹਾਂ ਕਿ 100 ਰੁਪੀਜ਼ ਹੈ। ਤਾਂ ਦੇਖੋ ਕੋਸਟ ਪ੍ਰਾਈਸ ਅਗਰ 100 ਹੋਏਗਾ ਤਾਂ ਇਹ 100 ਦੇ ਨਾਲ 100 ਕੈਂਸਲ ਕਰ ਦਿਓ ਅਤੇ 0 ਦੇ ਨਾਲ 0 ਕੈਂਸਲ ਕਰ ਦਿਓ। ਸੋ ਮਾਰਕੀਟ ਪ੍ਰਾਈਸ ਕਿੰਨਾ ਆ ਜਾਏਗਾ 300
ਬਾਏ ਇਹਨੂੰ ਥੋੜ੍ਹਾ ਜਿਹਾ ਕੈਂਸਲ ਕਰ ਲਓਗੇ 1200 ਨੂੰ 8 ਦੇ ਨਾਲ, ਤਾਂ ਮਾਰਕੀਟ ਪ੍ਰਾਈਸ ਬਣ ਜਾਏਗਾ ਤੁਹਾਡਾ 150 ਰੁਪੀज़। ਤਾਂ ਮਤਲਬ ਮਾਰਕੀਟ ਪ੍ਰਾਈਸ ਕਿੰਨਾ ਹੋਏਗਾ 150 ਰੁਪੀज़। ਬਟ ਇੱਥੇ ਕੁਐਸਚਨ ਦੇ ਵਿੱਚ ਇੱਕ ਹੋਰ ਚੀਜ਼ ਵੀ ਗਿਵਨ ਹੈ ਕਿ ਜੋ ਅਗਰ ਉਹ ਇੱਕ ਦਰਜਨ ਦੀ ਗੱਲ ਕਰਦਾ ਹੈ ਤਾਂ ਇੱਕ ਦਰਜਨ ਦੇ ਵਿੱਚ ਉਹ 16 ਆਰਟੀਕਲਸ ਲੈ ਜਾਂਦਾ ਹੈ ਪਰਸਨ। ਧਿਆਨ ਦੇਣਾ, ਸਮਝੋ ਕੀ ਕਰ ਰਿਹਾ ਉਹ ਪਰਸਨ, ਕੀ ਕਰ ਰਿਹਾ ਹੈ ਤਾਂ ਉਹ 16 ਆਰਟੀਕਲਸ ਲੈ ਕੇ ਜਾ ਰਿਹਾ ਹੈ ਇੱਕ ਦਰਜਨ ਦੇ ਵਿੱਚ। ਮਤਲਬ ਇੱਥੇ ਉਸਨੂੰ ਕੀ ਹੋ ਰਿਹਾ ਹੈ, ਜਿਹੜਾ ਸ਼ੌਪਕੀਪਰ ਹੈ ਉਸਨੂੰ ਲਾਸ ਹੋ ਰਿਹਾ ਹੈ। ਕਿੰਨੇ ਆਰਟੀਕਲਸ ਦਾ? 4 ਆਰਟੀਕਲਸ ਦਾ। 4 ਆਰਟੀਕਲਸ ਦੀ ਕੋਸਟ ਪ੍ਰਾਈਸ ਦਾ ਲਾਸ ਹੋਏਗਾ ਜੇਕਰ 16 ਲੈ ਕੇ ਜਾਏਗਾ। 4 ਫ੍ਰੀ ਦੇ ਵਿੱਚ ਲੈ ਕੇ ਜਾ ਰਿਹਾ ਹੈ, ਕਿੰਨਿਆਂ ਦੇ ਮਗਰ? 16 ਦੇ ਮਗਰ। ਮਤਲਬ ਇਹ ਕਹਿ ਸਕਦੇ ਹਾਂ ਕਿ 16 ਦੇ ਵਿੱਚੋਂ 4 ਫ੍ਰੀ ਜਾ ਰਹੇ ਨੇ ਤਾਂ ਕਿੰਨਾ ਲਾਸ ਹੋ ਰਿਹਾ ਉਸਨੂੰ? 12 ਦੇ ਪੈਸੇ ਮਿਲ ਰਹੇ ਨੇ ਨਾ ਉਸਨੂੰ। ਐਕਚੁਅਲੀ ਉਹਨੇ 12 ਦੇ ਪੈਸੇ ਲਗਾਣੇ ਸੀ 150 ਰੁਪਏ, ਬਟ ਉਹਨੇ ਕੀ ਕੀਤਾ, ਉਹ 4 ਜਿਹੜੇ ਨੇ ਉਹ ਫ੍ਰੀ ਲੈ ਕੇ ਜਾ ਰਿਹਾ ਹੈ। ਸੋ ਇੱਥੋਂ ਕੀ ਹੈ, 4 ਦਾ ਜਿਹੜਾ ਲਾਸ ਹੈ 16 ਦੇ ਨਾਲ ਉਸਨੂੰ ਵੀ ਤੁਸੀਂ ਕੰਸੀਡਰ ਕਰਨਾ ਹੋਏਗਾ ਇਸ ਕੁਐਸਚਨ ਦੇ ਵਿੱਚ। ਸੋ ਇੱਥੋਂ 25% ਦਾ ਜਿਹੜਾ ਲਾਸ ਹੈ ਉਹ ਵੀ ਤੁਸੀਂ ਕੰਸੀਡਰ ਕਰਨਾ ਹੈ। ਅਤੇ 25% ਦਾ ਜਿਹੜਾ ਲਾਸ ਹੈ ਉਸਨੂੰ ਓਵਰਕਮ ਕਰਨ ਲਈ, ਤਾਂ ਉਸਨੂੰ ਓਵਰਕਮ ਕਰਨ ਲਈ ਉਹ ਕੀ ਕਰੇਗਾ, ਮਾਰਕੀਟ ਪ੍ਰਾਈਸ ਨੂੰ 150 ਦੇ ਵਿੱਚ, ਹੁਣ ਦੇਖੋ 150 ਪ੍ਰਾਈਸ ਆਇਆ ਨਾ ਆਪਣੇ ਕੋਲ, ਤਾਂ ਉਹ ਕੀ ਕਰੇਗਾ, ਪਹਿਲਾਂ ਉਸਨੂੰ 150 ਕੀ ਹੈ 75% ਅਮਾਊਂਟਸ ਮੰਨੇਗਾ ਕਿ ਇਹ 75% ਹੈ। ਅਤੇ ਅਗਰ ਉਸਨੇ 100% ਫਾਈਂਡ ਆਊਟ ਕਰਨਾ ਹੈ ਤਾਂ ਉਹ ਕੋਸਟ ਨੂੰ ਕਿੰਨਾ ਕਰ ਦੇਗਾ, 200। ਹੁਣ ਦੇਖੋ ਕੁਐਸਚਨ ਦੇ ਵਿੱਚ ਕੀ ਹੈ, ਉਸਨੇ ਇਹ ਕਿਹਾ ਹੈ ਕਿ ਇੱਕ ਉਹਦੇ ਕੋਲ ਬਾਰਗੇਨਿੰਗ ਵਾਲਾ ਕਸਟਮਰ ਆ ਗਿਆ। ਪਹਿਲਾਂ ਤਾਂ ਉਹਨੇ ਕੀ ਲਿਆ ਕਿ ਉਸਨੇ 20% ਡਿਸਕਾਊਂਟ ਲਿਆ ਜਿਹੜਾ ਮਾਰਕੀਟ ਪ੍ਰਾਈਸ ਹੈ ਉਸ 'ਤੇ। ਫਿਰ ਉਹਨੇ ਇਹ ਕਹਿ ਦਿੱਤਾ ਕਿ ਮੈਂ ਇੱਕ ਦਰਜਨ ਦੇ ਵਿੱਚ ਜਿਹੜੇ ਇੱਕ ਦਰਜਨ ਦੇ ਵਿੱਚ 12 ਹੁੰਦੇ ਨੇ ਆਰਟੀਕਲਸ, ਤਾਂ ਉਹਨੇ ਕਿਹਾ ਮੈਂ 12 ਨਹੀਂ ਲੈਣੇ, ਮੈਂ ਤਾਂ 16 ਲੈਣੇ ਹੈ। ਸੋ ਜਿੱਦ ਕਰਕੇ ਬੈਠ ਗਿਆ ਤਾਂ ਸ਼ੌਪਕੀਪਰ ਨੇ ਉਸਨੂੰ 16 ਤਾਂ ਦੇ ਦਿੱਤੇ, ਬਟ ਉਹਨੇ ਰੇਟ ਇਸ ਹਿਸਾਬ ਨਾਲ ਪਹਿਲਾਂ ਹੀ ਲਿਖਤਾ ਕਿ ਉਸਨੂੰ ਜਿਹੜੇ ਨੇ ਆਰਟੀਕਲਸ ਉਹ 16 ਦੇਣ ਦੇ ਬਾਅਦ ਵੀ ਉਹਨੂੰ 120% ਦਾ ਉਸਨੂੰ ਪ੍ਰੋਫਿਟ ਰਿਹਾ। ਸੋ ਇਸ ਤਰੀਕੇ ਨਾਲ ਤੁਹਾਡਾ ਆਨਸਰ ਬਣੇਗਾ ਫਾਈਨਲੀ 200। ਅਤੇ ਪੁੱਛਿਆ ਗਿਆ ਹੈ ਇਸ ਦੇ ਕੁਐਸਚਨ ਦੇ ਵਿੱਚ ਕਿ ਕਿੰਨਾ ਪ੍ਰਾਈਸ ਜਿਹੜਾ ਹੈ ਕੋਸਟ ਪ੍ਰਾਈਸ, ਉਹ ਕੋਸਟ ਪ੍ਰਾਈਸ ਤੋਂ ਕਿੰਨੀ ਜ਼ਿਆਦਾ ਅੱਗੇ ਮਾਰਕੀਟ ਪ੍ਰਾਈਸ ਵਧਾ ਕੇ ਦੱਸਿਆ ਗਿਆ ਸੀ। ਸੋ 200 ਦੇਖੋ 100 ਆਪਾਂ ਕੰਸੀਡਰ ਕੀਤਾ ਸੀ, ਕੋਸਟ ਪ੍ਰਾਈਸ 100 ਪਹਿਲਾਂ ਆਪਾਂ ਵਿੱਚ ਦੇਖ ਚੁੱਕੇ ਹਾਂ। ਸੋ 200 ਉਹ ਹੁਣ ਮਾਰਕੀਟ ਪ੍ਰਾਈਸ ਲਿਖਿਆ ਹੋਇਆ ਹੈ। ਸੋ ਦੈਟ ਮੀਨਸ 100% ਜ਼ਿਆਦਾ ਮਾਰਕ ਕੀਤਾ ਹੋਇਆ ਹੈ ਮਾਰਕੀਟ ਪ੍ਰਾਈਸ ਐਜ਼ ਕੰਪੇਅਰ ਟੂ ਕੋਸਟ ਪ੍ਰਾਈਸ। ਬਾਕੀ ਸੋਲਿਊਸ਼ਨ ਇੱਥੋਂ ਦੇਖ ਸਕਦੇ ਹੋ, ਕੋਈ ਦਿੱਕਤ ਲੱਗਦੀ ਹੈ ਤੁਸੀਂ ਪੁੱਛ ਵੀ ਸਕਦੇ ਹੋ। ਥੋੜ੍ਹਾ ਜਿਹਾ ਲੈਂਥੀ ਕੁਐਸਚਨ ਜ਼ਰੂਰ ਹੈ। ਸੋ ਪ੍ਰੋਫਿਟ ਐਂਡ ਲਾਸ ਦੇ ਹਾਲਾਂਕਿ ਈਜ਼ੀ ਕੁਐਸਚਨਸ ਪੁੱਛੇ ਜਾਂਦੇ ਨੇ, ਬਟ ਫਿਰ ਵੀ ਆਪਾਂ ਨੂੰ ਹਰ ਟਾਈਪ ਦੇ ਕੁਐਸਚਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਸੋ ਨੈਕਸਟ ਕੁਐਸਚਨ ਇਜ਼ ਨੈਕਸਟ ਕੁਐਸਚਨ ਕਹਿ ਰਿਹਾ ਹੈ ਕਿ profit earned by an organization is distributed among officer and clerk in the ratio of 5:3। ਤਾਂ 5:3 ਦੇ ਵਿੱਚ profit ਜੋ ਹੈ ਡਿਵਾਈਡ ਹੋਏਗਾ। if the number of officers is 55 and the number of clerk is 70 and the amount received by each officer is 12,000। ਤਾਂ ਦੇਖੋ ਇੱਥੇ ਕੀ ਹੈ, ਹਰ ਆਫਿਸਰ ਨੂੰ ਕਿੰਨੀ ਅਮਾਊਂਟ ਮਿਲ ਰਹੀ ਹੈ, 12,000। ਤਾਂ ਦੇਖੋ ਇੱਥੇ ਮੰਨ ਲਓ ਆਪਾਂ ਟੋਟਲ ਹਿੱਸੇ ਮੰਨੇ ਪ੍ਰੋਫਿਟ ਦੇ 5 ਤੇ 3 8, ਤਾਂ 5 ਤੇ 3 8 ਮਤਲਬ ਆਫਿਸਰ ਨੂੰ ਕਿੰਨਾ ਮਿਲ ਰਿਹਾ ਹੈ, 5 ਹਿੱਸੇ। ਟੋਟਲ ਹਿੱਸੇ ਕਿੰਨੇ ਨੇ, 8। ਤਾਂ ਇੱਥੋਂ ਪਹਿਲਾਂ ਤਾਂ ਇਹ ਕੰਸੀਡਰ ਕਰੋ ਕਿ ਟੋਟਲ ਹਿੱਸੇ 5 ਨੇ, ਟੋਟਲ ਹਿੱਸੇ 8 ਨੇ, 5 ਹਿੱਸੇ ਆਫਿਸਰਸ ਨੂੰ ਮਿਲ ਰਹੇ ਨੇ। ਅਤੇ ਇੱਥੇ ਆਪਾਂ ਮੰਨ ਲਿਆ ਪ੍ਰੋਫਿਟ ਕਿੰਨਾ ਹੋਇਆ, n ਕੀ ਹੈ ਇੱਥੇ, ਟੋਟਲ ਪ੍ਰੋਫਿਟ। ਤਾਂ ਟੋਟਲ ਪ੍ਰੋਫਿਟ ਦਾ ਇਹ ਜਿਹੜਾ ਆਫਿਸਰਸ ਨੂੰ ਹਿੱਸਾ ਮਿਲੇਗਾ ਉਹ ਇੱਥੋਂ ਆ ਚੁੱਕਾ ਹੈ। ਹੁਣ ਇੱਕ ਆਫਿਸਰ ਦੀ ਗੱਲ ਕਰ ਰਿਹਾ ਤਾਂ ਇੱਕ ਆਫਿਸਰ ਲਈ ਆਪਾਂ ਕੀ ਕਰਾਂਗੇ, 55 ਨਾਲ ਡਿਵਾਈਡ ਕਰ ਦਿੰਦੇ ਹਾਂ। ਸੋ ਇਹ ਜਿਹੜੀ ਅਮਾਊਂਟ ਆ ਜਾਏਗੀ ਇਹ ਕਿੰਨੀ ਆ ਜਾਏਗੀ, 12,000। ਇੱਥੋਂ ਛੋਟਾ ਛੋਟਾ ਕੰਸੈਪਟ ਸਮਝ ਲਓ, ਕਿਤੇ ਕੋਈ ਦਿੱਕਤ ਲੱਗਦੀ ਹੈ ਤਾਂ ਪੁੱਛਣਾ ਹੈ। ਦੇਖੋ ਤੁਸੀਂ ਕੁਐਸਚਨ ਥੋੜ੍ਹਾ ਲੱਗ ਜ਼ਰੂਰ ਰਿਹਾ ਸੀ ਲੈਂਥੀ, ਬਟ ਕੁਐਸਚਨ ਦੇ ਵਿੱਚ ਜਦੋਂ ਆਪਾਂ ਕੰਸੈਪਟ ਯੂਜ਼ ਕੀਤਾ ਫਿਰ ਈਜ਼ੀ ਹੋ ਗਿਆ। ਦੇਖੋ 5 ਹਿੱਸੇ ਜੋ ਨੇ ਉਹ ਮਿਲ ਰਹੇ ਨੇ ਆਊਟ ਆਫ ਟੋਟਲ 8। ਦੇਖੋ
किन्ने हिस्से ने 5:3। तो 5:3 का मतलब कि 5:3 टोटल हिस्से किन्ने ने 8 प्रॉफिट के, उसके विचों 5 मिल रहे हैं ऑफिसर्स नूं, टोटल हिस्से 8 ने। सो 5/8 इंटू n एक ही बन जाएगा। अगर आप एन ना लिखांगे, दिस इज़ द प्रॉफिट ऑफ ऑफिसर्स, जिन्नी ऑफिसर्स नूं अमाउंट मिलेगी वो बन जाएगी ये। एन इत्थे मैं की कंसीडर किया है, एन नूं मैं टोटल प्रॉफिट कंसीडर किया है। तो मैं डिवाइड बाय 55 क्यों करता, क्योंकि एक ऑफिसर की अमाउंट कितनी है 12,000। तो प्रॉफिट पूछ रहे आपको किन्ने लाख होएगा, तो प्रॉफिट में फाइंड करने लिए इत्थे पहला कैंसल कर दो, इत्थे 11 आ जाएगा। तो फिर 11 नूं आपां 8 दे नाल मल्टीप्लाई करांगे तो 88 आ जाएगा। फिर 88 नूं 12 दे नाल मल्टीप्लाई करांगे तो अपना आंसर बन जाएगा इस दे विच ऑप्शन नंबर डी बनेगा मेरे ख्याल नाल। एक बारी आपां कन्फर्म कर लैंदे आ, क्योंकि 10.6 आ रहा है यूनिट प्लेस के उत्ते जी बिल्कुल। सो 6 यूनिट प्लेस के उत्ते 6 आ रहा है मल्टीप्लाई करके। सो अगर आप इत्थों एन फाइंड करांगे तो यूनिट प्लेस के उत्ते 6 आएगा, तो दैट मीनस 10.56 अपना आंसर बन जाएगा। सो मैं यूनिट प्लेस की गल नहीं कर रहा, सॉरी, मतलब कितने भी जो लास्ट डिजिट आएगा दैट विल बी 6। देखो 8 इंटू 11 8, सो 8 2 द 16, सो दैट मीनस 6 वाला ऑप्शन या तो 16 लाख बनेगा या 10.56 लाख बनेगा। तो अगर आप देखिए तो 88 नूं 12 के नाल करांगे मल्टीप्लाई तो वो 16 लाख के आस पास तो जाएगी नहीं अमाउंट, तो 10.56 लैक्स आ जाएगी। ऑप्शन नंबर सी जो है वो तुहाडा राइट आंसर बन जाएगा। सो अज की इस वीडियो के 5 क्वेश्चन आप कर चुके हैं प्रॉफिट एंड लॉस से। गल करते हाँ नैक्सट क्वेश्चन की। सो नैक्सट क्वेश्चन अपने को आ चुका है। सो गल कर रहे हैं जी 7th क्वेश्चन की। 7th क्वेश्चन हूँ थोड़ी स्क्रीन के उत्ते आएगा। सो 7th क्वेश्चन अपन की कह रहा है क्वेश्चन के विच, क्वेश्चन नंबर 7 के विच कह रहा है क्वेश्चन नंबर 7 थोड़ी स्क्रीन के उत्ते तुसीं एक बार खुद ट्राई करो, उस तो बाद आप गल करते हैं इस क्वेश्चन के बारे। तो क्वेश्चन अपन नूं कह रहा है, क्वेश्चन के अकॉर्डिंग द परसेंटेज प्रॉफिट अर्नड बाय सेलिंग एन आर्टिकल फॉर ₹2120 इज इक्वल टू परसेंटेज टू द परसेंटेज लॉस अकर्ड बाय सेलिंग द सेम आर्टिकल फॉर 1520। तो देखो इस दे विच की आएगा, वो कह रहा है जिन्ना प्रॉफिट होंदा है, मान लो एक CP है अपने को, ठीक है जी, तो CP तो उपर जिन्ना प्रॉफिट होंदा है, मान लो इत्थे आपां लिखिया कि जिन्ना प्रॉफिट होंदा, मान लो कोई वैल्यू P लिख ली आपां, ठीक है, तो वो प्रॉफिट किन्ने दे इक्वल आ रहा है, उन्होंने दोनों नूं ऐड करके आ रहा है 2120। दूसरा केस, दूसरे केस के विच की है, CP के उपर कुछ लॉस हो रहा है, ठीक है जी। सो CP के उपर कुछ लॉस हो रहा है एंड दैट्स आफ्टर दैट लॉस वैल्यू कितनी आ रही है 1520। देखो अपन की क्या होया है कि प्रॉफिट जिन्ना हो रहा है, परसेंटेज प्रॉफिट जिन्ना हो रहा है दैट इज इक्वल टू लॉस। तो जिन्ना प्रॉफिट हो रहा है उन्ना ही लॉस हो रहा है अमाउंट के, मतलब रुपीज़ के विच। जेकर आप इन्होंने दोनों को ऐड कर दिए तो अपने को CP आ जाएगा। सो CP नूं आपां फाइंड कर लांगे, CP कितना आ जाएगा, इत्थे पहला 2CP बन जाएगा, फिर उसनूं आपां फाइंड कर लांगे तो अपने को आ जाएगा CP आ जाएगा 1820 रुपये। सो CP विल बी 1820।
ਤਾਂ ਪਹਿਲਾਂ ਸਮਝ ਲੈਣਾ ਹੈ ਕੁਐਸਚਨ ਦੇ ਵਿੱਚ ਕਿਸ ਤਰ੍ਹਾਂ ਆਪਾਂ CP ਫਾਈਂਡ ਆਊਟ ਕਰਨਾ ਹੈ। ਸੋ CP ਆ ਜਾਏਗਾ 1820। ਇਸ ਤੋਂ ਬਾਅਦ ਆਪਾਂ ਨੂੰ ਕਹਿ ਰਿਹਾ ਹੈ ਕਿ ਕਿੰਨੇ ਐਟ ਵਟ ਪ੍ਰਾਈਸ ਸ਼ੁੱਡ ਦਾ ਆਰਟੀਕਲ ਬੀ ਸੋਲਡ ਟੂ ਮੇਕ 25% ਪ੍ਰੋਫਿਟ। ਤਾਂ ਇਸ ਦੇ ਉੱਤੇ 125% ਪ੍ਰੋਫਿਟ ਬਣਾਉਣਾ ਹੈ। ਸੋ ਇਸ ਦਾ ਸੈਲਿੰਗ ਪ੍ਰਾਈਸ ਆ ਜਾਏਗਾ 125 ਬਾਈ 100 ਇੰਟੂ 1820। ਸੋ ਇੱਥੋਂ 1820 ਕਰਕੇ ਤੁਹਾਡਾ ਆਨਸਰ ਆ ਜਾਏਗਾ ਐਂਡ 1820। ਸੋ 0 ਦੇ ਨਾਲ 0 ਕੈਂਸਲ ਕਰ ਦਿਓ, ਬਾਕੀ ਜਿੰਨੀਆਂ ਵੀ ਟਰਮਸ 5 2s ਦਾ 10 ਕੈਂਸਲ ਹੋ ਰਿਹਾ ਹੈ। ਸੋ 5 ਇੱਥੇ 25 ਆ ਰਿਹਾ ਹੈ। ਸੋ ਬਾਕੀ ਜਿੰਨੀ ਵੀ ਕੈਲਕੂਲੇਸ਼ਨ ਹੈ ਤੁਸੀਂ ਉਸਨੂੰ ਕੰਪਲੀਟ ਕਰੋਗੇ ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਇੱਥੇ 91 ਆ ਜਾਏਗਾ। ਸੋ 25 ਨੂੰ 91 ਦੇ ਨਾਲ ਮਲਟੀਪਲਾਈ ਕਰੋਗੇ ਤਾਂ ਆਨਸਰ ਆ ਜਾਏਗਾ 2275। ਸੋ ਦਿਸ ਵਿਲ ਬੀ ਦਾ ਵੈਲਿਊ ਆਫ ਸੈਲਿੰਗ ਪ੍ਰਾਈਸ। ਤਾਂ ਸੈਲਿੰਗ ਪ੍ਰਾਈਸ ਦੀ ਵੈਲਿਊ 2275 ਤੁਹਾਡਾ ਜੋ ਹੈ ਦੈਟ ਵਿਲ ਬੀ ਦਾ ਰਾਈਟ ਆਨਸਰ। ਸੋ ਇਸ ਤਰੀਕੇ ਨਾਲ ਤੁਸੀਂ ਪ੍ਰੋਫਿਟ ਐਂਡ ਲੋਸ ਦੇ ਕੁਐਸਚਨਸ ਨੂੰ ਕਰਨਾ ਹੈ। ਬਾਕੀ ਦੇ ਕੁਐਸਚਨਸ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਠੀਕ ਹੈ ਜੀ, ਬਾਕੀ ਦੇ ਕੁਐਸਚਨ ਜਿਹੜੇ ਨੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਕੋਸ਼ਿਸ਼ ਕਰਾਂਗੇ ਮਾਰਨਿੰਗ ਦੇ ਵਿੱਚ ਡਿਸਕਸ ਕਰ ਸਕੀਏ। ਸੋ ਬਾਕੀ ਕੁਐਸਚਨਸ ਮਾਰਨਿੰਗ ਦੇ ਵਿੱਚ ਕਰਾਂਗੇ ਜਿੰਨੇ ਵੀ ਪ੍ਰੋਫਿਟ ਐਂਡ ਲੋਸ ਦੇ ਹੋਣਗੇ। ਤੇ ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਦੇਖਣ ਲਈ। ਹੈਵ ਅ ਨਾਈਸ ਡੇ ਅਹੈਡ। ਟੇਕ ਕੇਅਰ, ਬਾਏ ਬਾਏ। ਬਾਕੀ ਪੌਜ਼ ਕਰਦੇ ਹਾਂ, ਅਗਰ ਪੌਜ਼ ਤੋਂ ਬਾਅਦ ਕੰਟੀਨਿਊ ਸੈਸ਼ਨ ਰਹਿੰਦਾ ਦੈਟਸ ਗੁੱਡ, ਤਾਂ ਆਪਾਂ ਕੰਟੀਨਿਊ ਕਰ ਦਾਂਗੇ।